ਸ਼ਾਰਟ ਦੇ ਵਿੱਚ ਇੱਕ ਜਵਾਬ ਚਾਹੁੰਦਾ। ਜਿਸ ਤਰ੍ਹਾਂ ਆਮਿਰ ਖਾਨ ਦੀ ਇਸ ਸਾਰੇ ਮੁੱਦੇ ਤੋਂ ਬਾਅਦ ਸਨੈਪਡੀਲ ਇੱਕ ਕੰਪਨੀ ਹੈਗੀ ਹੈ ਜਿਸ ਨੂੰ ਉਹ ਜਿਨ੍ਹਾਂ ਦੇ ਉਹ ਬ੍ਰਾਂਡ ਐਂਬੈਸਡਰ ਹੈਗੇ ਨੇ ਔਰ ਆਨਲਾਈਨ ਸ਼ਾਪਿੰਗ ਅਸੀਂ ਉੱਥੋਂ ਕਰਦੇ ਹੈਗੇ ਆ। ਬਹੁਤ ਵੱਡੇ ਇੱਕ ਹਜੂਮ ਨੇ ਕੀ ਕੀਤਾ ਕਿ ਉਸ ਕੰਪਨੀ ਦੇ ਖਿਲਾਫ ਜਿਹੜਾ ਆਪਣਾ ਮੋਰਚਾ ਬੁਲੰਦ ਕਰ ਦਿੱਤਾ ਕਿ ਨਹੀਂ, ਆਮਿਰ ਖਾਨ ਉਹਦੇ ਬ੍ਰਾਂਡ ਐਂਬੈਸਡਰ ਨੇ, ਅਸੀਂ ਉਸ ਦੇ ਖਿਲਾਫ ਹੋ ਗਏ ਆ। ਤੁਸੀਂ ਕਿਵੇਂ ਸਮਝਦੇ ਹੋ? ਇਹ ਵੀ ਇੱਕ ਬਹੁਤ ਵੱਡੀ ਇੰਟੋਲਰੈਂਸ ਦਾ ਹਿੱਸਾ ਮੰਨ ਸਕਦੇ ਹਾਂ ਇਸ ਨੂੰ? ਜਦੋਂ ਐਮਰਜੈਂਸੀ ਲੱਗੀ ਸੀ ਨਾ ਮੁਲਕ ਦੇ ਵਿੱਚ ਜੀ, ਤੇ ਹਰਭਜਨ ਸਿੰਘ ਹੁੰਦਲ ਨੇ ਇੱਕ ਗਜ਼ਲ ਲਿਖੀ ਸੀ, ਉਹਦੇ 'ਚ ਇੱਕ ਸ਼ੇਰ ਸੀ ਜਿਹੜਾ ਮੈਂ ਤੁਹਾਨੂੰ ਹੁਣ ਦੁਬਾਰਾ ਰਿਪੀਟ ਕਰਨਾ ਚਾਹਾਂਗਾ ਜੀ। ਉਹਨੇ ਲਿਖਿਆ ਸੀ ਵੀ ਦੇਸ਼ ਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ, ਕਵਿਤਾ 'ਚ ਹੁਣ ਨੁਕਸ ਪੁਲਸੀਏ ਕੱਢਦੇ ਨੇ। ਸੈਂਸਰ ਲਾਗੂ ਕੀਤਾ ਗਿਆ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਾਂਸਟੇਬਲਸ, ਹੈੱਡ ਕਾਂਸਟੇਬਲ ਜਿਹੜੇ ਨੇ ਪ੍ਰਿੰਟਿੰਗ ਪ੍ਰੈਸਸ ਤੇ ਬਿਠਾਤੇ ਗਏ। ਹੁਣ ਕਿਤੇ ਅਖਬਾਰ ਛਾਪ ਰਹੀ, ਕਿਤੇ ਕਿਤਾਬ ਛਾਪ ਰਹੀ, ਕਿਤੇ ਮੈਗਜ਼ੀਨ ਛਾਪ ਰਿਹਾ ਤੇ ਉਹ ਫਿਰ ਲਕੀਰਾਂ ਲਾ ਰਹੇ ਲਾਲ, ਇਹ ਸਤਰ ਤਾਂ ਦੇਸ਼ ਦੇ ਖਿਲਾਫ ਹੈ ਜੀ, ਇਹ ਸਤਰ ਦੇਸ਼ ਦੇ ਖਿਲਾਫ ਹੈ। ਹੁਣ ਜਦੋਂ ਸਾਰੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸੱਤਾ ਹੈ, ਸੱਤਾਵਾਨ ਲੋਕ, ਪਾਰਲੀਮੈਂਟ 'ਚ ਬੈਠੇ ਲੋਕ, ਵਜ਼ੀਰੀਆਂ ਮਾਣਦੇ ਲੋਕ ਜਦੋਂ ਇਸ ਕਿਸਮ ਦੇ ਟਿੱਪਣੀਕਾਰ ਬਣ ਜਾਣਗੇ, ਜਾਂ ਜਦੋਂ ਇੱਕ ਕਿਰਨ ਖੇਰ ਦਾ ਪ੍ਰਾਹੁਣਾ ਅਨੁਪਮ ਖੇਰ ਇਸ ਤਰ੍ਹਾਂ ਮਾਰਚ ਕਰੇਗਾ, ਤਾਂ ਕੁਦਰਤੀ ਗੱਲ ਆ ਇਹ ਜ਼ਖਮਾਂ ਦੇ ਉੱਤੇ ਲੂਣ ਨਹੀਂ। ਖੁਦ ਆਪ ਇੱਕ ਅਦਾਕਾਰ ਨੇ, ਇਹ ਵੀ ਇੱਕ ਗੱਲ ਕੋਟ ਕਰਨੀ ਬਣਦੀ ਹੈ। ਅਦਾਕਾਰ ਤਾਂ ਚਲੋ ਬਹੁਤ ਅੱਛਾ, ਉਹ ਅਦਾਕਾਰੀ ਡਿਫਰੈਂਟ ਗੱਲ ਹੈ, ਸ਼ਾਇਦ ਇਹ ਵੀ ਅਦਾਕਾਰੀ ਦਾ ਹਿੱਸਾ ਹੀ ਹੋਵੇ ਕਿ ਉਹਨੂੰ ਰੋਲ ਮਿਲਿਆ ਹੋਵੇ, ਉਹਨੇ ਰੋਲ ਕੀਤਾ ਹੋਵੇ। ਅਦਾਕਾਰ ਸ਼ਤਰੂਘਨ ਸਿਨਹਾ ਵੀ, ਉਹਨੇ ਵੀ ਸੱਚ ਬੋਲਿਆ ਆਪਣੇ ਬਿਹਾਰ ਦੇ ਮਾਮਲੇ ਦੇ ਵਿੱਚ, ਝੂਠ ਨਹੀਂ ਬੋਲਿਆ ਉਹਨੇ। ਪਰ ਇੱਕ ਧਰਮ ਵੀ ਹੁੰਦਾ, ਲੇਖਕ ਇੱਕ ਧਰਮ ਹੁੰਦਾ ਹੈ, ਕਲਾਕਾਰ ਦਾ ਇੱਕ ਧਰਮ ਹੁੰਦਾ ਹੈ, ਧਰਤੀ ਦੇ ਧਰਮ ਦੇ ਨਾਲ ਮਿਲਦਾ ਹੁੰਦਾ, ਉਹ ਧਰਤੀ ਦੀ ਮਰਿਆਦਾ ਦੇ ਨਾਲ ਮਿਲਦਾ ਹੁੰਦਾ। ਇਹ ਸਾਡੀ ਧਰਤੀ ਦੀ ਮਰਿਆਦਾ ਨਹੀਂ ਹੈ। ਸਾਡੀ ਧਰਤੀ ਦੀ ਮਰਿਆਦਾ ਤੇ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਖਿਲਾਫ ਫਿਰੋਜ਼ ਗਾਂਧੀ ਚੋਣ ਲੜ ਰਿਹਾ ਸੀ ਔਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਪਣੀ ਕਾਰ 'ਚ ਲੈ ਕੇ ਜਾਇਆ ਕਰਦੇ ਸੀ ਜਦਕਿ ਉਹਦੇ ਖਿਲਾਫ ਚੋਣ ਲੜ ਰਿਹਾ ਸੀ। ਸਾਡੀ ਮਰਿਆਦਾ ਤੇ ਉਹਨਾਂ ਲੀਹਾਂ ਤੋਂ ਬਹੁਤ ਪਿੱਛੇ ਹੁੰਦੇ ਜਾ ਰਹੇ ਹਾਂ। ਸਾਡੀ ਮਰਿਆਦਾ ਤਾਂ ਫੁਲਕਾਰੀ ਦੀ ਮਰਿਆਦਾ ਹੈ ਜਿੱਥੇ ਕਿਸੇ ਧਾਗੇ ਦਾ ਦੂਸਰੇ ਧਾਗੇ ਨਾਲ ਕੋਈ ਵਿਰੋਧ ਨਹੀਂ ਹੈ। ਜੀ ਜੀ, ਔਰ ਸ਼ਾਇਦ ਮੈਂ ਉਮੀਦ ਕਰੂੰਗਾ ਕਿ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਘੱਟੋ ਘੱਟ ਨਾ ਬਣੇ। ਪੰਜਾਬ ਦੇ ਵਿੱਚ ਅਸੀਂ ਉਹ ਜਿਹੜੀ ਅਮਨ ਸ਼ਾਂਤੀ ਔਰ ਜਿਹੜੀ ਇੱਕ ਦੂਜੇ ਨੂੰ ਸਹਿਣ ਕਰਨ ਦੀ ਸਾਡੀ ਹਿੰਮਤ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਵੇ। ਡਾਕਟਰ ਨਰਜੀਤ ਕੌਰ ਜੀ, ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੈਗੇ ਇਸ ਨੂੰ? ਮੇਰਾ ਜੋ ਵਿਚਾਰ ਹੋਏਗਾ, ਜੇ ਮੇਰੇ ਨਾਲ ਬਹੁਤ ਉੱਘੇ ਰਾਈਟਰ ਬੈਠੇ ਹੈ ਉਹਨਾਂ ਨਾਲੋਂ ਬਹੁਤ ਭਿੰਨ ਹੋਏਗਾ, ਕਿਉਂਕਿ ਮੈਂ ਇੱਕ ਆਮ ਆਦਮੀ ਦੀ ਤਰ੍ਹਾਂ ਸੋਚਾਂਗੀ ਐਂਡ ਤੇ ਆਮ ਆਦਮੀ ਦੀ ਤਰ੍ਹਾਂ ਹੀ ਗੱਲ ਕਰਾਂਗੀ। ਐਂਡ ਨਾਲ ਹੀ ਮੈਂ ਇੱਕ ਡਾਕਟਰ ਵੀ ਹਾਂ ਤੇ ਮੈਂ ਰੋਜ਼ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ, ਤਾਂ ਮੇਰਾ ਵਿਚਾਰ ਥੋੜਾ ਜਿਹਾ ਉਸ ਤਰੀਕੇ ਨਾਲ ਹੋਏਗਾ ਕਿ ਆਮ ਆਦਮੀ ਕਿਸ ਤਰੀਕੇ ਨਾਲ ਇਹਨਾਂ ਗੱਲਾਂ ਤੇ ਮਹਿਸੂਸ ਕਰਦਾ। ਮੈਂ ਸੋਚਦੀ ਹਾਂ ਕਿ ਭਾਰਤ ਇੱਕ ਐਸਾ ਮੁਲਕ ਹੈ, ਮੈਂ ਬਹੁਤ ਸਾਰੇ ਹੋਰ ਕੰਟਰੀਜ਼ 'ਚ ਵੀ ਗਈ ਹਾਂ, ਭਾਰਤ ਇੱਕ ਐਸਾ ਮੁਲਕ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਸਾਰੀ ਵਿਚਾਰਧਾਰਾ ਦੇ ਲੋਕ ਰਹਿੰਦੇ ਹਨ। ਐਂਡ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦਾ ਕੰਟਰੀ ਹੈ ਜਿੱਥੇ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ, ਹਰ ਕਿਸੇ ਨੂੰ ਆਪਣੀ ਮਰਜ਼ੀ ਦਾ ਕੰਮ ਕਰਨ ਦੀ, ਹਰ ਕਿਸੇ ਨੂੰ ਆਪਣਾ ਧਰਮ ਕਰਨ ਦੀ ਖੁੱਲ੍ਹ ਹੈਗੀ ਹੈ। ਤੇ ਹੁਣ ਜੋ ਇਹ ਹੋ ਰਿਹਾ ਹੈਗਾ ਉਹ ਸਾਰਾ ਜਿਹੜਾ ਹੈਗਾ ਭਾਰਤ, ਮੈਨੂੰ ਤਾਂ ਇਹ ਲੱਗਦਾ ਕਿ ਬੜਾ ਹੀ ਟੋਲਰੈਂਟ ਕੰਟਰੀ ਹੈ। ਪਰ ਇਹ ਜਿਹੜਾ ਹੁਣ ਇਸ ਵੇਲੇ ਹੋਇਆ ਹੈਗਾ, ਕਿਉਂਕਿ ਇਸ ਵੇਲੇ ਕੀ ਹੈ, ਸਾਡੀ ਜਿਹੜੀ ਮੇਨ ਇਸ ਵੇਲੇ ਲੀਡਰਸ਼ਿਪ ਹੈ ਉਹ ਡਿਵੈਲਪਮੈਂਟ ਜਿੱਧਰ ਨੂੰ ਹੋਣੀ ਚਾਹੀਦੀ ਹੈ ਉਹਦੇ 'ਚ ਕੀ ਕਰਨਾ ਚਾਹੀਦਾ ਹੈ, ਉਹ 'ਚ ਐਕਸ਼ਨ ਕੋਈ ਨਹੀਂ ਹੈ, ਸਿਰਫ ਗੱਲਾਂ ਹੀ ਹੋ ਰਹੀਆਂ। ਉਹਦੇ ਨਾਲ ਕੀ ਹੈ, ਆਮ ਆਦਮੀ ਨੂੰ ਕੰਮ ਕਰਨ ਦੀ, ਜੋ ਮੇਰੇ ਨੌਜਵਾਨ ਹੈ, ਮੇਰੇ ਏਰੀਆ ਦੇ ਵਿੱਚ ਲੋਕ ਹੈ, ਉਹਨਾਂ ਨੂੰ ਓਪਰਚੁਨਿਟੀਜ਼ ਨਹੀਂ ਮਿਲ ਰਹੀ। ਟੀਚਰ ਕਿਤੇ ਖੜੇ ਹੋ ਕੇ ਧਰਨੇ ਦੇ ਰਹੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਲੋਕਾਂ ਨੂੰ ਕੋਈ ਕਿਤੇ ਕੰਮ ਕਰਨ ਦੀ, ਜਿਹੜੇ ਇੰਡਸਟਰੀ ਹੈ, ਇੰਡਸਟਰੀ ਪਿੱਛੇ ਜਾ ਰਹੀ ਹੈ, ਇੰਡਸਟਰੀ ਦੇ ਵਿੱਚ ਕੋਈ ਉਹਨਾਂ ਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ। ਵਿਚਾਰਧਾਰਾ ਦੇ ਨਾਲ ਤੁਸੀਂ ਕਹਿ ਰਹੇ ਹੋ ਸੰਬੰਧ ਹੈਗਾ? ਸੰਬੰਧ ਇਸ ਲਈ ਹੈ, ਮੈਂ ਰੀਜ਼ਨ ਜਾਣਨ ਦੀ ਕੋਸ਼ਿਸ਼ ਕਰ ਰਹੀ, ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਨਟੋਲਰੈਂਟ ਲੋਕ ਕਿਉਂ ਹੋ ਰਹੇ, ਕਿਉਂਕਿ ਡਿਵੈਲਪਮੈਂਟ ਨਹੀਂ ਹੋ ਰਹੀ ਹੈ। ਲੋਕਾਂ ਨੂੰ ਜੋ ਉਹਨਾਂ ਨੂੰ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲ ਰਹੀਆਂ। ਇਸ ਕਰਕੇ ਕੀ ਹੈ, ਸੜਕ ਉੱਤੇ ਇਨਟੋਲਰੈਂਸ ਹੈ। ਠੀਕ ਹੈ, ਕੋਈ ਕਿਸੇ ਦੀ ਗੱਡੀ ਕਿਸੇ ਨਾਲ ਲੱਗ ਜਾਂਦੀ ਹੈ, ਉੱਥੇ ਇਨਟੋਲਰੈਂਸ ਹੈ। ਹਸਪਤਾਲਾਂ 'ਚ ਆਪਾਂ ਦੇਖ ਰਹੇ ਹਾਂ ਕਿਉਂਕਿ ਫੈਸਿਲਿਟੀਜ਼ ਪੂਰੀ ਨਹੀਂ ਹੈ, ਗਵਰਨਮੈਂਟ ਲੋਕਾਂ ਨੂੰ ਆਪਣੇ ਹਸਪਤਾਲਾਂ ਦੇ ਵਿੱਚ ਪੂਰੀ ਸਿਹਤ ਹੀ ਨਹੀਂ ਦੇ ਪਾ ਰਹੀ। ਸੀਗਾ ਇਹ ਕਿਹੜਾ ਅੱਜ ਦੀ ਗੱਲ ਹੈਗੀ, ਇਹ ਸਭ ਤਾਂ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਸੀਗਾ। ਉਦੋਂ ਇਹ ਮੁੱਦੇ ਕਿਉਂ ਨਹੀਂ ਖੜੇ ਹੋਏ ਫਿਰ? ਨਹੀਂ, ਇਹ ਚੀਜ਼ ਵੱਧਦੀ ਜਾ ਰਹੀ ਹੈ ਕਿਉਂਕਿ ਹੁਣ ਦੀ ਵਾਲੀ ਜਿਹੜੀ ਸਰਕਾਰਾਂ ਹੈਗੀਆਂ ਉਹ ਪ੍ਰੋਮਿਸ ਜ਼ਿਆਦਾ ਕਰ ਰਹੀਆਂ, ਉਹ ਦਿਖਦਾ ਨਹੀਂ ਪਿਆ ਲੋਕਾਂ ਨੂੰ। ਪ੍ਰੋਮਿਸ ਦੇ ਸਿਰ ਤੇ ਆਪਾਂ ਇਲੈਕਸ਼ਨ ਤਾਂ ਇੱਕ ਵਾਰੀ ਜਿੱਤ ਲੈਂਦੇ ਹਾਂ, ਮੁੜ ਕੇ ਲੋਕਾਂ ਨੂੰ ਕੁਝ ਐਕਟੀਵਿਟੀ ਦਿਖਣੀ ਵੀ ਚਾਹੀਦੀ ਹੈ, ਸਿਰਫ ਉਹ ਗੱਲਾਂ ਬਾਤਾਂ ਨਹੀਂ ਹੋਣੀਆਂ ਚਾਹੀਦੀਆਂ। ਵਰਲਡ ਲੈਵਲ ਤੇ ਸਾਨੂੰ ਸਾਰੇ ਕੰਟਰੀ ਦੇ ਵਿੱਚ ਜੋ ਅਗਰ आमिर खान ने किया है, इनटॉलरेंट हो रहे हैं, मतलब जो इस विषय उठा है ਉਹ ਅਗਰ ਆਪਾਂ ਆਮ ਆਦਮੀ ਦੀ ਨਜ਼ਰ 'ਚ ਵੀ ਦੇਖੀਏ, ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਸੋਚ ਰਹੇ ਹਨ ਕਿ ਵੀ ਇੱਥੇ ਸੇਫਟੀ ਨਹੀਂ ਹੈ। ਡਾਕਟਰ ਨਰਜੀਤ ਕੌਰ, ਦੂਜਾ ਪੱਖ ਇਹ ਸਾਹਮਣੇ ਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਫਿਲਮ ਬਣਾਈ ਸੀਗੀ, ਫਿਲਮ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਬਾਰੇ ਬਹੁਤ ਸਾਰੀ ਇਦਾਂ ਦੀਆਂ ਟਿੱਪਣੀਆਂ ਹੋਈਆਂ ਜੋ ਸ਼ਾਇਦ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ। ਉਦੋਂ ਵੀ ਤਾਂ ਲੋਕਾਂ ਨੇ ਸਿਰ ਅੱਖਾਂ ਤੇ ਬਿਠਾਇਆ ਸੀਗਾ ਉਹਨਾਂ ਨੂੰ।
ਐਵੇਂ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਲੋਕਾਂ ਨੇ, ਬਹੁਤ ਸਾਰਿਆਂ ਨੇ ਜੋ ਵੀ ਇਸ ਦੇ ਉੱਪਰ ਟਿੱਪਣੀ ਕਰ ਰਹੇ ਆ, ਉਹਨਾਂ ਨੇ ਉਹਦੀ ਇੰਟਰਵਿਊ ਠੀਕ ਤਰ੍ਹਾਂ ਸੁਣੀ ਨਹੀਂ ਹੈ। ਮੈਂ ਉਹਦੀ ਇੰਟਰਵਿਊ ਠੀਕ ਤਰ੍ਹਾਂ ਨਾਲ ਸੁਣੀ ਹੈ, ਮੈਨੂੰ ਇਸ ਤਰੀਕੇ ਦਾ ਕੁਝ ਲੱਗਿਆ ਨਹੀਂ ਹੈ। ਉਹਨਾਂ ਨੇ ਇੱਕ ਕਾਮਨ ਪਤੀ ਪਤਨੀ ਅਗਰ ਘਰ ਦੇ ਵਿੱਚ ਕੋਈ ਡਿਸਕਸ਼ਨ ਕਰਦੇ ਆ, ਉਹਨੇ ਇੱਕ ਪੁਆਇੰਟ ਰੱਖ ਦਿੱਤਾ ਹੈ ਉਹਦੇ ਵਿੱਚ। ਅਗਰ ਕੋਈ ਵੀ ਡਿਸਕਸ਼ਨ ਕਰਦੇ ਆ, ਸਾਰੇ ਲੋਕ ਆਸ-ਪਾਸ ਮੈਨੂੰ ਦਿਖ ਰਿਹਾ, ਬਹੁਤ ਸਾਰੇ ਡਾਕਟਰ ਵੀ ਬਾਹਰ ਜਾ ਰਹੇ ਆ। ਸੋ ਇਸ ਤਰੀਕੇ ਨਾਲ ਇਹ ਤਾਂ ਆਮ ਲੋਕਾਂ ਦੀ ਹੀ ਸੋਚ ਬਣ ਰਹੀ। ਪੰਜਾਬ ਅੱਧਾ ਬਾਹਰ ਚਲਾ ਗਿਆ ਹੈ, ਕੈਨੇਡਾ ਚ ਅੱਧਾ ਪੰਜਾਬ ਪਾਤਰ ਸਾਹਿਬ, ਤੁਸੀਂ ਮੰਨਦੇ ਹੈਗੇ ਉਹਨਾਂ ਨਾਲ ਸਹਿਮਤ ਹੈਗੇ ਹੋ ਕਿ ਡਿਵੈਲਪਮੈਂਟ ਨਹੀਂ ਹੋ ਰਹੀ, ਸਰਕਾਰਾਂ ਪ੍ਰੋਮਿਸਸ ਕਰ ਰਹੀਆਂ, ਔਰ ਇਹ ਸਾਰੇ ਮੁੱਦੇ ਆ ਜਿਸ ਕਰਕੇ ਹੁਣ ਇਹ ਮੁੱਦਾ ਉੱਪਰ ਉੱਠ ਗਿਆ ਹੈਗਾ? ਨਹੀਂ, ਮੇਰੇ ਖਿਆਲ 'ਚ ਜਿਹੜਾ ਇਹ ਗੱਲ ਹੈ ਨਾ ਕਿ ਸਰਕਾਰਾਂ ਪ੍ਰੋਮਿਸਸ ਨਹੀਂ ਪੂਰੇ ਕਰ ਰਹੀਆਂ, ਇਹ ਤਾਂ ਸਾਡੇ ਦੇਸ਼ ਦੀ ਹਮੇਸ਼ਾ ਤੋਂ ਹੀ ਇਹ ਹਾਲਤ ਰਹੀ ਆ। ਮਤਲਬ ਮੈਂ ਸਮਝਦਾ ਕਿ ਇਹ ਹੁੰਦਾ ਕੀ ਆ ਕਿ ਲੋਕ, ਜਿਸ ਤਰ੍ਹਾਂ ਜਿਹੜੀ ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਲੋਕਾਂ ਨੇ ਉਹਨੂੰ ਬਿਲਕੁਲ ਪ੍ਰਵਾਨ ਕੀਤਾ। ਮੇਰੇ ਖਿਆਲ 'ਚ ਉਸ ਵੇਲੇ ਸ਼ਾਇਦ ਪੋਲੀਟਿਕਸ ਨੂੰ ਇੱਦਾਂ ਦੀ ਕੋਈ ਗੱਲ ਸੁੱਝੀ ਨਹੀਂ ਉਹਨੂੰ ਜਾਂ ਮਤਲਬ ਉਹਦਾ ਉਸਲੇ ਉਹਦੇ ਲਈ ਕੋਈ ਉਹ ਪੱਤਾ ਨਹੀਂ ਸੀਗਾ। ਮੈਨੂੰ ਇੱਦਾਂ ਲੱਗਦਾ ਕਿ ਜਦੋਂ ਜਿਹੜੀ ਪੋਲੀਟਿਕਸ ਹੈ ਉਹ ਟੋਨ ਸੈੱਟ ਕਰਦੀ ਆ, ਆਮ ਭਾਰਤੀ ਆ, ਮੈਂ ਆਮ ਭਾਰਤੀ ਨੂੰ ਬਹੁਤ ਸਹਿਣਸ਼ੀਲ ਬੰਦਾ ਸਮਝਦਾ, ਹਰ ਪੱਖੋਂ ਸਹਿਣਸ਼ੀਲ ਸਮਝਦਾ, ਲੇਕਿਨ ਇਹ ਰਾਜਨੀਤੀ ਹਮੇਸ਼ਾ ਉਹ ਇੱਕ ਚੁਣਦੀ ਆ ਕਿ ਹੁਣ ਅਸੀਂ ਇਹ ਸੁਰ ਵਜਾਉਣੀ ਆ। ਸੋ ਮੈਂ ਤਾਂ ਇੱਦਾਂ ਮਹਿਸੂਸ ਕਰਦਾ ਕਿ ਇਹ ਜਿਹੜੀ ਜੋ ਵੀ ਸਾਰੀ ਆ ਕਿ ਆਮ ਆਦਮੀ ਹਮੇਸ਼ਾ ਉਹਨਾਂ ਦੀ ਚਾਲ 'ਚ ਆਉਂਦਾ, ਆਮ ਆਦਮੀ ਨੂੰ ਕਿਸੇ ਗੱਲ 'ਤੇ ਭੜਕਾਇਆ ਜਾਂਦਾ। ਤੋ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਜਿਹੜੇ ਉਹ ਜੇ ਇੱਦਾਂ ਦੇ ਜੇ ਕਰਦੇ ਹੁੰਦੇ ਤਾਂ ਫਿਲਮ ਤੋਂ ਬਹੁਤ ਰਿਐਕਸ਼ਨ ਹੁੰਦਾ ਜੇ ਆਮ ਆਦਮੀ ਨੇ ਕਰਨਾ ਹੁੰਦਾ। ਠੀਕ ਹੈ। ਗੁਰਭਜਨ ਗਿੱਲ ਸਾਹਿਬ, ਇਹਨਾਂ ਨੇ ਇੱਕ ਹੋਰ ਗੱਲ ਕੀਤੀ ਹੈਗੀ ਹੈ ਕਿ ਸਾਡੇ ਦੇਸ਼ ਦੀ ਬਹੁਤ ਸਾਰੀਆਂ ਭਾਸ਼ਾਵਾਂ ਨੇ, ਬਹੁਤ ਸਾਰੇ ਲੋਕ, ਤੁਸੀਂ ਕੈਨੇਡਾ ਦੇ ਵਿੱਚ ਵੀ ਜਾਂਦੇ ਰਹਿੰਦੇ ਹੈਗੇ ਹੋ, ਕਿਸ ਤਰ੍ਹਾਂ ਮਾਹੌਲ ਵੱਖਰਾ ਕਿਵੇਂ ਲੱਗ ਰਿਹਾ ਤੁਹਾਨੂੰ? ਵੇਖੋ, ਮੈਂ ਬੀਤੀ ਰਾਤ ਹੀ ਪਰਤਿਆ ਅਮਰੀਕਾ ਔਰ ਕੈਨੇਡਾ ਤੋਂ। ਜੇ ਉੱਥੋਂ ਦੀ ਪਾਰਲੀਮੈਂਟ 'ਚ ਵੀ ਪੰਜਾਬੀ ਭੈਣਾਂ ਭਾਈ ਉੱਥੇ ਜਾ ਕੇ ਸ਼ਾਮਲ ਹੋ ਕੇ ਚੋਣ ਦਾ ਪ੍ਰੋਸੈਸ ਜਿੱਤ ਕੇ ਉੱਥੇ ਜਾ ਕੇ ਸੱਤਾ ਦੇ ਅਸੀਮ ਹੋ ਸਕਦੇ ਨੇ, ਚਾਰੋਂ 'ਚ ਵਜ਼ੀਰ ਵੀ ਨੇ ਜੀ, ਕੇਸਾਧਾਰੀ ਦਸਤਾਰਧਾਰੀ ਸਾਡਾ ਹਰਜੀਤ ਸਿੰਘ ਸੱਜਣ ਉੱਥੇ ਡਿਫੈਂਸ ਮਿਨਿਸਟਰ ਹੈ ਕੈਨੇਡਾ ਦਾ ਜੀ। ਵਿਕਾਸ ਦੇ ਬਰਾਬਰ ਮੌਕੇ ਆ, ਔਰ ਮੇਰੀ ਜ਼ੁਬਾਨ ਦਾ ਸ਼ਬਦ ਜਿਹੜਾ ਅੱਖਰ ਹੈ ਜਿਹੜਾ ਉਹ ਪਾਰਲੀਮੈਂਟ ਤੋਂ ਲੈ ਕੇ ਤੇ ਆਮ ਆਦਮੀ ਤੱਕ ਹਰ ਥਾਂ ਤੇ ਅਵੇਲੇਬਲ ਹੈ, ਹਸਪਤਾਲਾਂ 'ਚ ਅਵੇਲੇਬਲ ਹੈ, ਏਅਰਪੋਰਟ ਤੇ ਅਵੇਲੇਬਲ ਹੈ, ਮਾਰਕੀਟਸ 'ਚ ਅਵੇਲੇਬਲ ਹੈ। ਸਹੂਲਤਾਂ ਹਰ ਤਰ੍ਹਾਂ ਦਾ ਗਿਆਨ ਹਾਸਲ ਕਰਨ ਦੀਆਂ ਉਹਨਾਂ ਧਰਤੀਆਂ ਦੇ ਵਿਕਸਿਤ ਸੁਸਾਇਟੀਆਂ ਹੈਗੀਆਂ। ਸਾਡੀ ਇੱਕ ਤਾਂ ਪ੍ਰੋਬਲਮ ਇਹ ਆ ਵੀ ਅਸੀਂ ਬਹੁਤ ਵਾਰੀ ਅਡੰਬਰ ਨੂੰ ਧਰਮ ਕਹਿੰਦੇ ਨੇ ਇੱਥੇ ਆਪਣੀ ਧਰਤੀ ਤੇ। ਪੀਕੇ ਫਿਲਮ ਦੀ ਗੱਲ ਹੋਈ ਹੈ, ਸਾਡਾ ਅਡੰਬਰ ਦੇ ਖਿਲਾਫ ਫਿਲਮ ਸੀ, ਉਹ ਧਰਮ ਦੇ ਖਿਲਾਫ ਨਹੀਂ ਸੀ। ਪਹਿਲੀ ਗੱਲ ਤੇ ਸਮਝਣੀ ਚਾਹੀਦੀ ਤੇ ਸਾਡਾ ਅਡੰਬਰ ਤਾਂ ਕਦੇ ਧਰਮ ਨਹੀਂ ਹੁੰਦਾ। ਦੂਸਰੀ ਗੱਲ ਇਹ ਹੈ ਕਿ ਇਨਸੈਂਸਿਟਿਵਿਟੀ ਉਦੋਂ ਹੁੰਦੀ ਹੈ, ਸਹਿਣਸ਼ੀਲਤਾ ਉਦੋਂ ਹੁੰਦੀ ਹੈ ਜਦੋਂ ਸਾਨੂੰ ਗਿਆਨ ਨਹੀਂ ਹੁੰਦਾ ਕਿ ਕਿਹੜੀ ਗੱਲ ਜਰਨਯੋਗ ਹੈ, ਕਿਹੜੀ ਗੱਲ ਜਰਨਯੋਗ ਨਹੀਂ। ਪਾਤਰ ਸਾਹਿਬ ਨੇ ਜਿਹੜੀ ਗੱਲ ਆਖੀ ਹੈ ਨਾ ਕਿ ਸੱਤਾ ਤੇ ਅਸੀਲ ਲੋਕ ਜਿਹੜੇ ਨੇ, ਸੱਤਾ ਤੇ ਬੈਠੇ ਕਾਬਜ਼ ਲੋਕ ਨੇ ਜਿਹੜੇ, ਉਹ ਮੁੱਖ ਸੁਰ ਐਸਟੈਬਲਿਸ਼ ਕਰਦੇ, ਸਥਾਪਿਤ ਕਰਦੇ ਆ ਕਿ ਲੋਕਾਂ ਨੂੰ ਕਿਹੋ ਜਿਹੇ ਰਾਹ ਤੋਰਨਾ ਹੈ। ਜਦੋਂ ਪੰਜਾਬ 'ਚ ਟੈਰਰਿਜ਼ਮ ਸੀਗਾ ਤੇ ਇੱਕ ਬੜਾ ਅੱਛਾ ਉਰਦੂ ਸ਼ੇਰ ਇੱਕ ਪਾਪੂਲਰ ਹੋਇਆ ਸੀ ਉਹਨੀ ਦੇਣੀ ਕਿ ਨਾਮੁਮਕਿਨ ਹੈ ਹਾਲਾਤ ਕੀ ਗੁੱਥੀ ਸੁਲਝੇ, ਅਹਿਲੇ ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਈ ਹੈ। ਜਿਹੜੇ ਅਹਿਲੇ ਦਾਨਿਸ਼ ਨੇ ਉਹ ਨਾਮੁਮਕਿਨ ਕਰ ਦਿੰਦੇ ਨੇ ਉਹਨਾਂ ਗੁੱਥੀਆਂ ਨੂੰ ਸੁਲਝਣਾ, ਤੇ ਜਦੋਂ ਚਿੱਤ ਕਰਦਾ ਉਹ ਆਪਣੀ ਉਹੀ ਸਰਕਸ ਚੁੱਕ ਕੇ ਕਿਸੇ ਹੋਰ ਸੂਬੇ 'ਚ ਲੈ ਜਾਂਦੇ ਨੇ। ਕਾਰਨ ਕੀ ਹੈ ਕਿ ਸੱਤਾਵਾਨ ਨੂੰ ਚਾਹੀਦੀਆਂ ਨੇ ਵੋਟਾਂ, ਸੱਤਾਵਾਨ ਨੂੰ ਚਾਹੀਦੀ ਹੈ ਸੱਤਾ। ਉਹਦੇ ਵਾਸਤੇ ਕਾਮਨ ਮੈਨ ਜਸਟ ਇੱਕ ਬਾਲਣ ਹੈ, ਉਹਦੇ ਵਾਸਤੇ ਉਹ ਐਂਟੀਟੀ ਨਹੀਂ ਹੈ, ਜਿਉਂਦਾ ਜਾਗਦਾ ਬੰਦਾ ਨਹੀਂ ਹੈ। ਸੱਤਾਵਾਨ ਚਾਹੇ ਉਹ ਭਾਰਤ ਦੇ ਕਿਸੇ ਹੋਰ ਸੂਬੇ ਦਾ, ਚਾਹੇ ਉਹ ਸਾਡੇ ਪੰਜਾਬ ਦਾ। ਹੁਣ ਲੜਾਈ ਰੱਸਾਕਸ਼ੀ ਕੀ ਹੋ ਰਹੀ ਹੈ? ਰੱਸਾਕਸ਼ੀ ਇਹ ਹੋ ਰਹੀ ਹੈ, ਇੱਕ ਸੱਤਾ ਤੇ ਬੈਠੇ ਨੇ, ਇੱਕ ਸੱਤਾ ਤੇ ਲਾਉਣਾ ਚਾਹੁੰਦੇ ਨੇ। ਤੇ ਜਿਹੜਾ ਮਾਡਲ ਅੱਗੇ ਸਾਨੂੰ ਦਿੱਤਾ ਜਾ ਰਿਹਾ ਉਹ ਨਿਰੋਲ ਅਗਿਆਨਤਾ ਦਾ। ਜਿਹੜੇ ਲੋਕ ਨਾਇਕ ਬਣਾਏ ਜਾ ਰਹੇ ਨੇ, ਜੇਲ੍ਹਾਂ 'ਚ ਭੇਜੇ ਜਾ ਰਹੇ ਨੇ, ਜੇ ਉਹ ਫਰਜ਼ ਕੀਤਾ ਸੱਤਾ ਤੇ ਆਉਂਦੇ ਨੇ ਤੇ ਕਿਹੜੀ ਸਾਨੂੰ ਵਿਕਾਸ ਦੀ ਨਵੀਂ ਉਹ ਵਿਧੀ ਦੇਣਗੇ? ਸਾਹਿਬ, ਜਿਹੜਾ ਇੱਕ ਪਾਸ਼ ਦਾ ਘਾਹ ਸੀਗਾ ਜਿਹੜਾ ਕੀਤੇ ਕਿਰਾਏ ਤੇ ਫਿਰ ਜਾਂਦਾ ਸੀਗਾ, ਉਹ ਹੁਣ ਇਹਨਾਂ ਸਿਆਸੀ ਜਿਹੜੀ ਇਹ ਦਾਅ ਪੇਚ ਚੱਲ ਰਹੇ ਨੇ, ਜਿਸ ਤਰ੍ਹਾਂ ਹੁਣ ਗਿੱਲ ਸਾਹਿਬ ਗੱਲ ਕਰ ਰਹੇ ਨੇ, ਉਸ ਤੇ ਹੁਣ ਉਹ ਕੀਤੇ ਕਿਰਾਏ ਤੇ ਕਿਉਂ ਨਹੀਂ ਫਿਰ ਰਹੇ? ਉਹ ਕਿੱਥੇ ਗਾਇਬ ਹੋ ਗਿਆ? ਉਹ ਕਈ ਕਾਰਨ ਹੋ ਗਏ। ਇੱਕ ਤਾਂ ਮੀਡੀਆ ਬਹੁਤ ਵੱਡਾ ਕਾਰਨ ਹੈ ਕਿ ਅੱਗੇ ਸੇ ਅਖਬਾਰ ਤੇ ਸਵੇਰੇ ਪੜ੍ਹਦੇ ਸੀਗੇ ਤੇ ਉਹ ਬਾਅਦ 'ਚ ਫਿਰ ਘਾਹ ਸ਼ੁਰੂ ਹੋ ਜਾਂਦਾ ਸੀਗਾ। ਲੇਕਿਨ ਹੁਣ ਸਾਰਾ ਦਿਨ ਜੋ ਚੱਲਦਾ ਮੀਡੀਆ ਤੋ ਡੈਫੀਨੇਟਲੀ ਉਹ ਤੁਹਾਨੂੰ ਹਰ ਪਲ ਉਹ ਤੁਹਾਡੇ ਜ਼ਖਮ ਹੀ ਹਰੇ ਰੱਖਦਾ, ਘਾਹ ਨਹੀਂ ਹਰਾ ਹੋਣ ਦਿੰਦਾ। ਡਾਕਟਰ ਨਰਜੀਤ ਕੌਰ ਜੀ, ਬਹੁਤ ਸਾਹਿਤਕਾਰਾਂ ਨੇ ਅਵਾਰਡ ਵਾਪਸ ਕੀਤੇ, ਅਸੀਂ ਬਹੁਤ ਵੱਡੇ ਵੱਡੇ ਨਾਮਾਂ ਦੀ ਵੀ ਗੱਲ ਕਰ ਲਈ ਹੈਗੀ ਹੈ।
ਤੁਸੀਂ ਆਮ ਲੋਕਾਂ ਦੇ ਵਿੱਚ ਰਹਿੰਦੇ ਹੋ, ਹਰ ਰੋਜ਼ ਇਲਾਜ ਕਰਦੇ ਹੋ, ਬਹੁਤ ਕਾਮਨ ਮੈਨ ਤੁਹਾਡੇ ਕੋਲ ਚੱਲ ਕੇ ਆਉਂਦਾ ਹੈ, ਐਕਸਪੀਰੀਅੰਸ ਕਰਦੇ ਹੋ ਇਹੋ ਜਿਹਾ ਕੁਝ ਕਿ ਅਸਹਿਣਸ਼ੀਲਤਾ ਜਿਹੜੀ ਹੈ ਉਹ ਵੱਧ ਰਹੀ ਹੈ? ਕੁਝ ਇਦਾਂ ਦੀਆਂ ਘਟਨਾਵਾਂ ਹੋਈਆਂ ਹੈਗੀਆਂ, ਕੋਈ ਇਦਾਂ ਦੀ ਐਗਜ਼ਾਮਪਲ ਤੁਸੀਂ ਸਾਨੂੰ ਦੱਸਣਾ ਚਾਹੋ? ਜੋ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਹੈ, ਕਿਉਂਕਿ ਸਾਡੇ ਜੋ ਨਾਰਮਲੀ ਕੀ ਹੈ ਕਿ ਵੀ ਸਭ ਤੋਂ ਪਹਿਲਾਂ ਅਗਰ ਕੋਈ ਵੀ ਆਪਾਂ ਕੰਮ ਕਰਨਾ ਤਾਂ ਸਭ ਤੋਂ ਪਹਿਲਾਂ ਇੱਕ ਵਿਚਾਰ ਆਉਣਾ ਚਾਹੀਦਾ ਹੈ, ਫਿਰ ਅਸੀਂ ਵਿਚਾਰ ਲਿਖਦੇ ਹਾਂ, ਫਿਰ ਅਸੀਂ ਉਹਦੇ ਤੇ ਐਕਟ ਕਰਦੇ ਹਾਂ। ਲੇਕਿਨ ਵਿਚਾਰ ਆਉਣਾ ਔਰ ਵਿਚਾਰ ਲਿਖਣਾ ਔਰ ਉੱਤੇ ਐਕਟ ਕਰਨਾ, ਜੋ ਵੀ ਕੋਈ ਬੰਦਾ ਵੀ ਇਸ ਤਰੀਕੇ ਦਾ ਕੋਈ ਵੀ ਇਨੀਸ਼ੀਏਸ਼ਨ ਲੈ ਰਿਹਾ ਹੈ, ਇਹ ਕੋਈ ਜ਼ਰੂਰੀ ਨਹੀਂ ਕਿ ਕਿਸੇ ਹਾਈ ਪੋਲੀਟੀਕਲ ਸਿਸਟਮ 'ਚ ਹੋਵੇ, ਕਿਸੇ ਵੀ ਸਿਸਟਮ 'ਚ ਹੋਵੇ, ਕਿਸੇ ਵੀ ਛੋਟੀ ਆਰਗੇਨਾਈਜੇਸ਼ਨ 'ਚ ਹੋਵੇ, ਕਿਸੇ ਵੀ ਬੈਂਕ 'ਚ ਹੋਵੇ, ਕਿਸੇ ਵੀ ਇੰਡਸਟਰੀ 'ਚ ਹੋਵੇ, ਕਿਤੇ ਵੀ ਹੋਵੇ, ਜੇ ਕੋਈ ਬੰਦਾ ਕੋਈ ਕੰਮ ਕਿਤੇ ਗਲਤ ਹੋ ਰਿਹਾ ਉਹਦੇ ਪ੍ਰਤੀ ਆਵਾਜ਼ ਉਠਾਉਂਦਾ, ਠੀਕ ਹੈ, ਤਾਂ ਉਹਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਉਹਨੂੰ ਕਿਸੇ ਵੀ ਚੀਜ਼ ਦਾ ਕੋਈ ਸਹਾਰਾ ਨਹੀਂ ਹੈ, ਨਾ ਹੀ ਸਾਡੇ ਇੱਥੇ ਲੀਗਲ ਸਿਸਟਮ ਦਾ ਕੋਈ ਸਹਾਰਾ ਹੈ, ਨਾ ਹੀ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਕੋਈ ਏਡ ਮਿਲਦੀ ਹੈ ਜਾਂ ਕੋਈ ਉਹਦੇ ਨਾਲ ਤੁਰਦਾ ਹੈ, ਉਹਦੇ ਨਾਲ ਹੈਲਪ ਕਰਦਾ ਹੈ। ਇਹਦੇ ਨਾਲ ਕੀ ਹੈ, ਆਮ ਆਦਮੀਆਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਇੱਕ ਬਹੁਤ ਡਰ ਦੀ ਭਾਵਨਾ ਬੈਠ ਗਈ ਹੈ ਕਿ ਜਿਸ ਤਰੀਕੇ ਨਾਲ ਸਿਸਟਮ ਚੱਲ ਰਿਹਾ, ਜਿਸ ਤਰੀਕੇ ਨਾਲ ਕਰਪਸ਼ਨ ਦੇ ਨਾਲ ਕੰਮ ਹੋ ਰਿਹਾ ਹੈ, ਹੋ ਸਕਦਾ ਹੈ ਉਸੇ ਤਰੀਕੇ ਨਾਲ ਕਰਾ ਲਓ। ਉਹ ਇੱਕ ਸਿਸਟਮ ਸੈੱਟ ਹੋ ਚੁੱਕਿਆ ਹੈਗਾ, ਉਹ ਸਿਸਟਮ ਨੂੰ ਅਸੀਂ ਬਦਲ ਨਹੀਂ ਪਾ ਰਹੇ ਹਾਂ। ਇਸੇ ਕਰਕੇ ਹੀ ਇਹ ਇਨਟੋਲਰੈਂਸ ਇਸੇ ਲਈ ਹੋ ਰਹੀ ਹੈ ਕਿਉਂਕਿ ਅਸੀਂ ਕੁਝ ਵੀ ਕੋਈ ਕਰਨਾ ਚਾਹੁੰਦਾ ਉਹ ਕਰ ਹੀ ਨਹੀਂ ਪਾ ਰਿਹਾ। ਸਹੀ ਨੂੰ ਸਹੀ ਕਹਿਣਾ ਔਰ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਜਿਹੜਾ ਉਹ ਕਿਤੇ ਨਾ ਕਿਤੇ ਵੋਟ ਦੀ ਰਾਜਨੀਤੀ ਦੇ ਵਿੱਚ ਮਿੱਧਦਾ ਜਾ ਰਿਹਾ ਹੈਗਾ। ਠੀਕ ਹੈ ਪਾਤਰ ਸਾਹਿਬ, ਆਖਰ ਦੇ ਵਿੱਚ ਸਮੇਂ ਦੀ ਮੇਰੇ ਕੋਲ ਬਹੁਤ ਘਾਟ ਹੈਗੀ ਹੈ, ਕਿਸ ਤਰ੍ਹਾਂ ਹੁਣ ਅੱਗੇ ਕਿਵੇਂ ਦੇਖਦੇ ਹੋ ਕਿ ਇੱਕ ਪੋਜ਼ਿਟਿਵਿਟੀ ਇਸ ਪੂਰੇ ਮਾਹੌਲ ਦੇ ਵਿੱਚੋਂ ਕਿਵੇਂ ਬਾਹਰ ਆਵੇ, ਕਿਵੇਂ ਅਸੀਂ ਸਮਾਜ ਨੂੰ ਦੁਬਾਰਾ ਉਸੇ ਲੀ ਦੇ ਵੱਲ ਲੈ ਕੇ ਜਾਈਏ ਜਿਸ ਵਿਕਾਸ ਦੀਆਂ, ਜਿਸ ਅਮਨ ਸ਼ਾਂਤੀ ਭਾਈਚਾਰੇ ਦੀਆਂ ਅਸੀਂ ਗੱਲਾਂ ਕਰਦੇ ਰਹੇ ਹੈਗੇ ਹਾਂ ਹਮੇਸ਼ਾ? ਮੈਂ ਸਮਝਦਾ ਬਹੁਤ ਸਹੀ ਇਹਨਾਂ ਨੇ ਵੀ ਗੱਲ ਡਾਕਟਰ ਸਾਹਿਬਾਂ ਨੇ ਵੀ ਕੀਤੀ ਕਿ ਜਿਹੜਾ ਆਮ ਆਦਮੀ ਇੱਕ ਬੇਬਸੀ ਦੇ ਆਲਮ 'ਚ ਹੈ, ਤੇ ਉਹ ਇਸ ਬੇਬਸੀ ਦੇ ਆਲਮ 'ਚ ਆਮ ਬੰਦੇ ਦਾ ਜ਼ਾਮਨ ਕੌਣ ਬਣੇ। ਜਿਸ ਤਰ੍ਹਾਂ ਮੈਂ ਕਿਹਾ ਸਾਡਾ ਪੋਲੀਟੀਕਲ ਕਲਚਰ ਜਿਹੜਾ ਉਹ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ। ਸੋ ਮੈਂ ਇੱਦਾਂ ਸੋਚਦਾ ਕਿ ਇੱਥੇ ਇੱਕ ਲੇਖਕਾਂ ਦੀ ਭੂਮਿਕਾ ਆ, ਕਲਾਕਾਰਾਂ ਦੀ ਭੂਮਿਕਾ ਆ ਕਿ ਜਿਹੜੇ ਮੈਂ ਕਦੇ ਕਿਹਾ ਸੀ ਵੀ ਨੇਤਾ ਦਾ ਇੱਕ ਬਿਆਨ ਕਿਸੇ ਕਵੀ ਦੀਆਂ ਹਜ਼ਾਰਾਂ ਕਵਿਤਾਵਾਂ ਨੂੰ ਜਲਾ ਕੇ ਰੱਖ ਦਿੰਦਾ, ਕਿ ਉਹਦੇ ਕੀਤੇ ਕਤਰੇ ਨੂੰ, ਉਹਦੇ ਸਾਰੇ ਕੁਛ ਨੂੰ। ਪਰ ਫਿਰ ਵੀ ਮੈਂ ਸੋਚਦਾ ਕਿ ਜਿਹੜਾ ਜਿਸ ਤਰ੍ਹਾਂ ਭਾਜੀ ਗੁਰਸ਼ਰਨ ਸਿੰਘ ਸੀ, ਉਹਨਾਂ ਪਿੰਡ ਪਿੰਡ ਜਾ ਕੇ ਗੱਡੇ ਜੋੜ ਕੇ ਥੀਏਟਰ ਕੀਤਾ ਔਰ ਆਮ ਲੋਕਾਂ ਤੱਕ ਅਵੇਅਰਨੈਸ ਪਹੁੰਚਾਈ। ਸੋ ਮੇਰੀ ਵੀ ਇੱਛਾ ਹੀ ਹੈ ਕਿ ਸਾਡੇ ਕਲਾਕਾਰ, ਸਾਡੇ ਕਵੀ, ਸਾਡੇ ਗਾਇਕ ਘੱਟ ਤੋਂ ਘੱਟ ਇਹ ਕਰਨ ਕਿ ਸਾਡੇ ਆਮ ਲੋਕ ਇਹਨਾਂ ਦੀਆਂ ਨੇਤਾਵਾਂ ਦੀਆਂ ਗੱਲਾਂ 'ਚ ਨਾ ਆਉਣ। ਮੈਂ 85 ਵਿੱਚ ਕਦੇ ਕਿਹਾ ਸੀ ਕਿ ਡੂੰਘੇ ਵੈਣਾ ਦਾ ਕੀ ਮਿਣਨਾ, ਤਖਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ, ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ। ਤੋ ਨੇਤਾ ਤਾਂ ਚਾਹੁੰਦਾ ਕਿ ਮੈਂ ਚੁੱਲ੍ਹੇ 'ਚੋਂ ਕੱਢ ਕੇ ਲੱਕੜਾਂ ਵੀ ਉਸ ਆਪਣੇ ਸਿਵੇ ਦੇ ਚੋਣ ਨਿਸ਼ਾਨ ਤੇ ਬਾਲ ਦਿਆਂ। ਤੋ ਹੁਣ ਫਰਜ਼ ਸਾਡਾ ਲੋਕਾਂ ਦਾ ਕਿ ਅਸੀਂ ਆਪਣੇ ਲੋਕਾਂ ਨੂੰ, ਆਮ ਲੋਕਾਂ ਨੂੰ ਕਿਸ ਤਰ੍ਹਾਂ ਇਸ ਸਾਰੀ ਹਵਾ 'ਚ ਰਲਣੋਂ ਜਾਂ ਭੜਕਣੋਂ ਜਾਂ ਬਾਲਣ ਬਣਨੋਂ ਬਚਾ ਸਕਦੇ ਹਾਂ। ਮੈਂ ਇੱਕ ਸਿਮਰਨਜੋਤ ਇੱਥੇ ਗੱਲ ਕਰਨੀ ਚਾਹਾਂਗਾ, ਮਿਸਾਲ ਦੇਣੀ ਚਾਹਾਂਗਾ ਜੀ। 1947 ਚ ਦੇਸ਼ ਆਜ਼ਾਦ ਹੁੰਦਾ ਜਦੋਂ, ਤੇ ਉਸ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਸੂਰਮਾ ਉਤਰਦਾ, ਉਹਦਾ ਨਾਮ ਗਿਆਨੀ ਗੁਰਮੁਖ ਸਿੰਘ ਮੁਸਾਫਰ ਬਣਦਾ। ਉਹੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਲੇਖਕ ਵੀ ਹੈ, ਉਹ ਸ਼ਾਇਰ ਵੀ ਹੈ, ਕਹਾਣੀਕਾਰ ਵੀ ਹੈ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਵੀ ਹੈ ਜੀ। ਉਹੀ ਗੁਰਮੁਖ ਸਿੰਘ ਮੁਸਾਫਰ ਅਕਾਲ ਤਖਤ ਸਾਹਿਬ ਜਥੇਦਾਰ ਬਣਦਾ। ਉਹੀ ਗੁਰਮੁਖ ਸਿੰਘ ਮੁਸਾਫਰ ਬਾਅਦ ਵਿੱਚ ਸੂਬੇ ਦਾ ਮੁੱਖ ਮੰਤਰੀ ਬਣਦਾ। ਉਹੀ ਗੁਰਮੁਖ ਸਿੰਘ ਮੁਸਾਫਰ ਬਾਅਦ ਰਾਜ ਸਭਾ ਦਾ ਮੈਂਬਰ ਬਣਦਾ। ਉਹੀ ਗੁਰਮੁਖ ਸਿੰਘ ਮੁਸਾਫਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਦਾ। ਯਾਰ ਏਡੇ ਏਡੇ ਸਿਰਾਂ ਵਾਲੇ ਬੰਦੇ ਚਾਹੀਦਾ ਸਾਨੂੰ ਸੱਤਾਵਾਨ। ਬਾਬਾ ਵਿਸਾਖਾ ਸਿੰਘ ਦਲੇਰ ਸਾਹਿਬ ਵਾਲੇ ਪਹਿਲਾਂ ਤਾਂ ਅਮਰੀਕਾ ਚੋਂ ਆ ਕੇ ਗਦਰ ਪਾਰਟੀ ਦਾ ਸਥਾਪਨਾ ਕਰਦੇ ਨੇ, ਗੁਰਦੁਆਰਾ ਸੁਧਾਰ ਲਹਿਰ ਦੇ ਆਗੂ ਬਣਦੇ ਨੇ, ਤੇ ਬਾਅਦ 1934 ਦੇ ਵਿੱਚ ਅਕਾਲ ਤਖਤ ਸਾਹਿਬ ਜਥੇਦਾਰ ਬਣਦੇ ਨੇ। ਏਡੇ ਏਡੇ ਸਿਰ ਗਵਾਚ ਗਏ। ਦੁੱਖ ਦੀ ਗੱਲ ਅਸਲ 'ਚ ਮੈਂ ਸਮਝਦੀ ਕਿ ਉਹ ਸਟਰਗਲ 'ਚੋਂ ਪੈਦਾ ਹੋਏ ਲੋਕ ਸੀ। ਇਹ ਹੁਣ ਇਹ ਹੈਗੇ ਆ ਫਾਇਦੇ ਦੀ, ਜਦੋਂ ਪੋਲਿਟਿਕਸ ਇੱਕ ਪ੍ਰੋਫੈਸ਼ਨ ਬਣ ਗਿਆ, ਇਹ ਉਦੋਂ ਦੇ ਲੋਕ ਨੇ। ਉਹ ਸੀ ਜਦੋਂ ਪੋਲਿਟਿਕਸ ਇੱਕ ਤਸੀਹਾ ਸੀ, ਇੱਕ ਕੁਰਬਾਨੀ ਸੀ, ਉਹ ਲੋਕ ਉਦੋਂ ਦੇ ਸੀ। ਪਰ ਆਮ ਲੋਕ ਉਦੋਂ ਵੀ ਕਿਤੇ ਨਾ ਕਿਤੇ ਜਿਹੜਾ ਸੀਗਾ ਉਸ ਨੂੰ ਅਸੀਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਦੇ ਜਿਹੜਾ ਉਹਦਾ ਇੱਕ ਐਜੂਕੇਸ਼ਨ ਦਾ ਮਿਆਰ ਸੀਗਾ, ਉਹ ਸਭ ਚੀਜ਼ਾਂ ਨੂੰ ਅਸੀਂ ਚੁੱਕਣ ਦੀ ਕੋਸ਼ਿਸ਼ ਕਰ ਰਹੇ। ਅੱਜ ਵੀ ਸਾਡੀਆਂ ਕੋਸ਼ਿਸ਼ਾਂ ਕਿਤੇ ਨਾ ਕਿਤੇ ਬਾਦਸਤੂਰ ਉਸੇ ਤਰ੍ਹਾਂ ਹੀ ਜਾਰੀ ਨੇ। ਸੋ ਲੋੜ ਹੈਗੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਚੁੱਕੀਏ। ਆਖਰ ਦੇ ਵਿੱਚ ਮੇਰੇ ਕੋਲ ਸਮੇਂ ਦੀ ਘਾਟ ਹੈਗੀ ਹੈ। ਪਾਤਰ ਸਾਹਿਬ, ਤੁਹਾਡੇ ਔਰ ਗਿੱਲ ਸਾਹਿਬ ਦੇ ਮੈਂ 2 ਲਾਈਨਾਂ 2 ਪੰਕਤੀਆਂ ਤੋਂ ਅੰਤ ਕਰਨਾ ਚਾਹੂੰਗਾ ਇਸ ਚਰਚਾ ਦਾ। ਚਲੋ ਜੀ। ਮੈਂ ਤਾਂ ਇੱਕੋ ਗੱਲ ਆਖਾਂਗਾ ਕਿ
ਲੱਤਾਂ ਤੇਰੀਆਂ ਨੇ ਚੁੱਕਣਾ ਅਖੀਰ ਤੇਰਾ ਭਾਰ, ਤੇਰਾ ਕੋਈ ਨਹੀਂ ਉਹ ਬੇਲੀ, ਤੇਰਾ ਕੋਈ ਨਹੀਂ ਯਾਰ, ਸਧਾਰਨ ਆਦਮੀ ਸੁਚੇਤ ਹੋ, ਤੇਰੀ ਸਾਦਗੀ ਲੁੱਟਣ ਵਾਲੇ ਜਿਹੜੇ ਨੇ ਉਹ ਬਹੁਤ ਸ਼ਾਤਰ ਨੇ, ਚਾਹੇ ਉਹ ਕਿਸੇ ਰੰਗ ਦੀ ਦਸਤਾਰ ਬੰਨ੍ਹ ਕੇ ਤੇਰੇ ਘਰ ਆਉਣ, ਕੋਈ ਟੋਪੀ ਪਾ ਕੇ ਆਉਣ, ਤੈਨੂੰ ਆਪਣੀ ਸਾਦਗੀ ਬਚਾਉਣੀ ਪੈਣੀ। ਕੁਲਵੰਤ ਨੀਲੋਂ ਦੇ ਸ਼ਬਦਾਂ 'ਚ ਕਿ ਆਈ ਘੜੀ ਉਹਨਾਂ ਦੇ ਹੁਸ਼ਿਆਰ ਹੋਣ ਦੀ, ਲੁੱਟੀ ਗਈ ਹਰ ਮੋੜ ਤੇ ਜਿਨ੍ਹਾਂ ਦੀ ਸਾਦਗੀ, ਆਪਣੀ ਸਾਦਗੀ ਬਚਾ ਕੇ ਹੀ ਅਸੀਂ ਸਹਿਣਸ਼ੀਲ ਹੋ ਸਕਦੇ ਹਾਂ। ਪਰ ਸਹਿਣਸ਼ੀਲ ਸਿਰਫ ਸਧਾਰਨ ਬੰਦੇ ਨੇ ਨਹੀਂ ਹੋਣਾ, ਸੱਤਾਵਾਨ ਨੂੰ ਵੀ ਹੋਣਾ ਪੈਣਾ, ਉਹਨੂੰ ਵੀ ਗੱਲ ਜਰਨ ਦੀ ਇੱਕ ਲਿਆਕਤ ਪੈਦਾ ਕਰਨੀ ਪੈਣੀ ਹੈ। ਜਦੋਂ ਅਸੀਂ ਸਾਰਾ ਗੁੱਸਾ ਹੀ ਨੱਕ ਤੇ ਲਿਆ ਕੇ ਧਰ ਲੈਂਦੇ ਆ ਨਾ, ਸੱਤਾਵਾਨ ਨੂੰ ਬੁਖਾਰ ਛੇਤੀ ਚੜਦਾ ਕੁਰਸੀ ਦੀ ਉਸ ਸਾਰੇ ਖਿਆਲ ਦਾ। ਆਮ ਆਦਮੀ ਬੰਦੇ ਕੋਲ ਗਵਾਉਣ ਲਈ ਕੱਖ ਨਹੀਂ ਹੁੰਦਾ, ਉਹ ਗੱਲ ਪੈਣ ਨੂੰ ਮਿੰਟ ਲਾਉਂਦਾ। ਸੋ ਦੋਹਾਂ ਧਿਰਾਂ ਨੂੰ ਇਸ ਮਾਮਲੇ ਦੇ ਸਹਿਣਸ਼ੀਲ ਹੋਣਾ ਪੈਣਾ ਜੇ ਅਸੀਂ ਸੱਚੀ ਮੁੱਚੀ ਆਪਣੀ ਧਰਤੀ ਦੀ ਮਰਿਆਦਾ ਨੂੰ ਪਾਲਣਾ। ਪਾਤਰ ਸਾਹਿਬ ਕੀ ਕਹਿਣਾ ਬਸ ਮੈਂ ਵੀ ਮੈਂ ਸੋਚਦਾ ਕਿ ਜਿੱਦਾਂ ਯਾਨੀ ਗੁੱਸੇ ਦਾ ਜਵਾਬ ਗੁੱਸੇ ਵਿੱਚ, ਕਿ ਇੱਕ ਸਾਰਾ ਕੁਝ ਨੂੰ ਜ਼ਹਿਰ ਪਾਈ ਜਾਂਦੀ ਹੈ। ਜ਼ਰੂਰਤ ਹੈ ਕਿ ਕੋਈ ਜਿੱਦਾਂ ਕਹਿੰਦੇ ਕਿ ਇਸ ਚਾਰ ਚੁਫੇਰੇ ਨੂੰ, ਇਸ ਘੋਰ ਹਨੇਰੇ ਨੂੰ ਕੋਸਣ ਤੋਂ ਚੰਗਾ ਹੈ ਇੱਕ ਦੀਪ ਜਗਾ ਦੇਣਾ। ਕਿ ਸ਼ਾਇਦ ਸਾਨੂੰ ਇੱਕ ਦੂਸਰੇ ਪ੍ਰਤੀ ਗੁੱਸੇ ਦਾ ਤੇਵਰ ਤਿਆਗ ਕੇ ਸਾਨੂੰ ਕੁਝ ਇਹੋ ਜਿਹੇ ਤੇਵਰ ਲਿਆਉਣੇ ਚਾਹੀਦੇ ਆ ਕਿ ਅਸੀਂ ਕੋਈ ਪੋਜ਼ਿਟਿਵ ਕੰਮ ਕਰ ਸਕੀਏ। ਇਕੱਲਾ ਬੰਦਾ ਵੀ ਬਹੁਤ ਕੁਝ ਕਰ ਸਕਦਾ। ਸੰਤ ਸੀਚੇਵਾਲ ਵਰਗੇ ਉਹ ਬੇਈ ਨਦੀ ਜਿਹੜੀ ਕਿੰਨੇ ਵਰਿਆਂ ਤੋਂ ਗੰਦਲੀ ਵਗਦੀ, ਉਹਨੂੰ ਸਾਫ਼ ਇੱਕ ਇਕੱਲੇ ਸ਼ਖਸ ਨੇ। ਸੋ ਇਕੱਲੇ ਬੰਦੇ ਦੀ ਸ਼ਕਤੀ, ਭਾਵੇਂ ਉਹ ਪੋਲੀਟੀਸ਼ੀਅਨ ਨਾ ਵੀ ਹੋਵੇ, ਉਹਦੀ ਬੜੀ ਸ਼ਕਤੀ ਹੁੰਦੀ ਹੈ। ਸੋ ਉਹੋ ਜਿਹੀਆਂ ਸ਼ਕਤੀਆਂ ਨੂੰ ਜਗਾਉਣ ਦੀ, ਬੰਦਿਆਂ ਦੇ ਅੰਦਰ ਉਹੋ ਜਿਹੀ ਪ੍ਰੇਰਨਾ, ਉਹੋ ਜਿਹੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ। ਸੋ ਦੇਸ਼ ਦੇ ਵਿੱਚ ਜਿੱਥੇ ਹਿੰਦੂ ਨੂੰ ਆਜ਼ਾਦੀ ਹੈ, ਉੱਥੇ ਮੁਸਲਮਾਨ ਨੂੰ ਵੀ ਓਨੀ ਹੈ, ਸਿੱਖ ਨੂੰ ਵੀ ਓਨੀ ਹੈ। ਰਲ ਮਿਲ ਕੇ ਰਹੀਏ, ਇੱਕ ਸੁਨੇਹਾ ਦਈਏ। ਜਿਸ ਤਰ੍ਹਾਂ ਸਾਡੇ ਬਹੁਤ ਉੱਘੇ ਮਾਇਨਾਜ਼ ਇਹਨਾਂ ਹਸਤੀਆਂ ਨੇ ਸਾਨੂੰ ਇੱਕ ਆਪਣੀ ਜਿਹੜੀ ਹੈ ਕਵਿਤਾਵਾਂ ਦੇ ਜ਼ਰੀਏ ਸਾਨੂੰ ਸੁਨੇਹਾ ਦਿੱਤਾ ਹੈਗਾ ਕਿ ਕਿਸ ਤਰ੍ਹਾਂ ਸਿਆਸਤਦਾਨਾਂ ਦੀ ਜਿਹੜੀ ਇੱਕ ਸਾਨੂੰ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈਗੀ ਹੈ ਕਿ ਆਪਣੀ ਜਿਹੜੀ ਵੋਟ ਦੀ ਨੀਤੀ ਹੈਗੀ ਹੈ, ਵੋਟ ਦੀ ਰਾਜਨੀਤੀ ਦੇ ਤਹਿਤ ਸਾਨੂੰ ਖਾਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਫਿਲਹਾਲ ਇਸ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।